ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਕਲ ਕਲੇਸ਼ ਲੋਭ ਮੋਹ ਮਹਾ ਭਉ ਤਾਰੀ ਰਹਾਉ। ਸਾਸ ਸਾਸ ਨਿਮਖ ਨਿਮਖ ਦਿਨ ਸਰੈਣ ਚਿਤਾਰੀ। ਸਾਧ ਸੰਗ ਜਪਨ ਸੰਗ ਮਨ ਨਿਧਾਨ ਧਾਰੀ। ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ। ਸਾਧ ਜਨ ਕੀਰੇਨ ਨਾਨਕ ਮੰਗਲ ਸੁਖ ਸਧਾਰੀ। ਸੋ ਕੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨਹਿ ਬੁਲਾਏ। ਸੁਖ ਸਹਿਜ ਸੇਤੀ ਘਰ ਆਉ। ਆਨੰਦ ਮੰਗਲ ਗੁਣ ਗਾਓ ਸਹਿਜ ਤੁਨ। ਨਿਹਚਲ ਰਾਜ ਕਮਾਓ। ਜਿਨ ਤੁਮ ਭੇਜੇ ਤਿਨਹਿ ਬੁਲਾਏ। ਸੁਖ ਸਹਿਜ ਸੇਤੀ ਘਰ ਆਉ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ। ਨਿਹਚਲ ਰਾਜ ਕਮਾਓ। ਤੁਮ ਕਰ ਆਵੋ ਮੇਰੇ ਮੀਤ। ਤੁਮਰੇ ਦੁਖੀ ਹਰਿ ਆਪ ਨਿਵਾਰੇ। ਅਪਦਾ ਭਈ ਬਤੀਤ ਰਹਾਉ। ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਨਾਸਨ ਭਾਜਨ ਥਾਕੇ। ਕਰ ਮੰਗਲ ਵਾਜੇ ਨਿਤ ਵਾਜੇ। ਆਪਣੇ ਕਸਮ ਨਿਵਾਜੇ। ਅਸਥਿਰ ਰਹੋ ਡੁਲਹੁ ਮਤ ਕਬਹੁ। ਗੁਰ ਕੈ ਬਚਨ ਆਧਾਰ। ਜੈ ਜੈਕਾਰ ਸਗਲ ਭੂਮੰਡਲ। ਮੁਖ ਜਲ ਦਰਬਾਰ। ਜਿਨ ਕੇ ਜੀ ਤਿਨਹਿ ਫੇਰੇ। ਆਪੇ ਪਿਆ ਸਹਾਈ। ਅਚਰਜ ਕੀਆ ਕਰਨੈ ਹਾਰੇ। ਨਾਨਕ ਸਚ ਵਡਿਆਈ। ਜਿਨ ਕੇ ਜੀ ਤਿਨਹਿ ਫੇਰੇ। ਆਪੇ ਪਿਆ ਸਹਾਈ। ਅਚਰਜ ਕੀਆ ਕਰਨੈ ਹਾਰੇ। ਨਾਨਕ ਸਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜੀ ਮੁਬਾਰਕ ਬਚਨ ਸਤਿਗੁਰਾਂ ਦੇ ਆਪ ਜੀਆਂ ਨੇ ਸ਼ਰਵਣ ਕੀਤੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 678 ਅੰਗ ਤੇ ਸੁਭਾਈਮਾਨ ਹਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਜੋ ਆਪ ਜੀਆਂ ਨੇ ਹੁਕਮਨਾਮੇ ਦੇ ਰੂਪ ਦੇ ਵਿੱਚ ਸ਼ਰਵਣ ਕੀਤੇ ਹਨ। ਤੇ ਅੱਜ ਜੋ ਦਿਹਾੜਾ ਹੈ ਪਿਆਰੋ ਨਵੇਂ ਸਾਲ ਦੀ ਆਮਦ। ਅੱਜ ਚੇਤ ਦਾ ਮਹੀਨਾ ਆਰੰਭ ਜੋ ਹੋਇਆ ਹੈ। ਨਵੇਂ ਸਾਲ ਦੀ ਆਮਦ ਦੀ ਖੁਸ਼ੀ ਦੇ ਵਿੱਚ ਵੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਈ। ਲੱਖ ਲੱਖ ਵਧਾਈ ਹੋਈ। ਸਤਿਗੁਰੂ ਗੁਰਦੇਵ ਪਿਤਾ ਬਖਸ਼ਿਸ਼ ਕਰੇ। ਸਭਨਾਂ ਦੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ
ਚੜ੍ਹਦੀ ਕਲਾ, ਨਾਮਦਾਨ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖੇ, ਸੇਵਾ ਅਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰੇ। ਸਭ ਤੋਂ ਪਹਿਲਾਂ ਜੋ ਸੱਚਖੰਡ ਤੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਤੋਂ ਪਾਵਨ ਪਵਿੱਤਰ ਬਚਨ ਹਨ, ਉਹਨਾਂ ਦੀ ਵਿਚਾਰ ਕੀਤੀ ਜਾਵੇਗੀ ਤੇ ਨਾਲ ਹੀ ਫਿਰ ਜੋ ਅੱਜ ਦਾ ਮਹੀਨਾ ਆਰੰਭ ਹੋਇਆ ਉਸ ਦੀ ਵੀ ਵਿਚਾਰ ਕੀਤੀ ਜਾਵੇਗੀ। ਆਓ ਸਾਰੇ ਜੁੜਨਾ ਕਰੀਏ ਸਤਿਗੁਰ ਦੀ ਮੁਬਾਰਕ ਬਚਨਾਂ ਦੇ ਨਾਲ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਦਰਬਾਰ ਤੋਂ ਬਖਸ਼ਿਸ਼ ਮੇਰੇ ਸਤਿਗੁਰੂ ਸਾਡੀ ਝੋਲੀ ਦੇ ਵਿੱਚ ਪਾ ਰਹੇ ਨੇ, ਇਹ ਰਹਿਮਤ ਕਰ ਰਹੇ ਨੇ ਸਾਡੇ ਤੇ, ਤਰਸ ਕਰਕੇ ਅੱਜ ਦਾ ਹੁਕਮਨਾਮਾ। ਧਨਾਸਰੇ ਮਹੱਲਾ ਪੰਜਵਾ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ, ਨਿਮਰਤਾ ਦੇ ਪੁੰਜ, ਬਾਣੀ ਦੇ ਬਹੁਤ ਪਿਆਰੀ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਧਨਾਸਰੀ ਰਾਗ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕੀਤਾ ਜਾਵੇ। ਰਹਿਮਤ ਸਾਡੇ ਤੇ ਇਹ ਕਰ ਰਹੇ ਨੇ ਕਿ ਜਦੋਂ ਸ਼ਬਦ ਨੂੰ ਗਾਇਨ ਕਰਨਾ, ਰਾਗੀ ਸਿੰਘ ਗਾਇਨ ਕਰਦੇ ਨੇ, ਧਨਾਸਰੀ ਰਾਗ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕੀਤਾ ਜਾਵੇ। ਜਿਨ ਤੁਮ ਭੇਜੇ ਤਿਨਹੇ ਬੁਲਾਏ, ਸੁਖ ਸਹਿਜ ਸੇਤੀ ਕਰ ਆਊ। ਬਹੁਤ ਹੀ ਮੁਬਾਰਕ ਬਚਨ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ। ਜਿਸ ਵਾਹਿਗੁਰੂ ਨੇ ਤੁਹਾਨੂੰ ਜਗਤ ਜਲੰਦੇ ਤੇ ਭੇਜਿਆ ਹੈ, ਜਗਤ ਤੇ ਭੇਜਿਆ, ਉਸ ਨੇ ਹੀ ਤੁਹਾਨੂੰ ਹਿਰਦੇ ਘਟ ਦੇ ਵਿੱਚ ਬੁਲਾਉਣ ਵਾਸਤੇ ਇਹ ਗੱਲ ਆਖੀ, ਆਪਣੇ ਹਿਰਦੇ ਘਟ ਦੇ ਵਿੱਚ ਆ ਜਾ। ਆਪਣੇ ਹਿਰਦੇ ਘਟ ਦੇ ਵਿੱਚ, ਕਿਉਂਕਿ ਹਿਰਦੇ ਘਟ ਦੇ ਵਿੱਚ ਪਰਮੇਸ਼ਰ ਬੈਠਾ ਹੋਇਆ। ਪਿਆਰਿਓ, ਸਾਡੇ ਸਾਰਿਆਂ ਦੇ ਹਿਰਦੇ ਘਟ ਦੇ ਵਿੱਚ ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹੈ ਰੰਗ ਰੰਗਨਾ, ਸਭ ਧਿਆਨ ਰਹੇ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਆਪਣੇ ਹਿਰਦੇ ਘਟ ਦੇ ਵਿੱਚ ਆ ਜਾ। ਜਿਸ ਪਰਮੇਸ਼ਰ ਨੇ ਤੈਨੂੰ ਜਗਤ ਜਲੰਦੇ ਦੇ ਵਿੱਚ ਭੇਜਿਆ, ਸੰਸਾਰ ਦੇ ਵਿੱਚ ਭੇਜਿਆ, ਤੇ ਤੂੰ ਹੁਣ ਆਪਣੇ ਹਿਰਦੇ ਘਟ ਦੇ ਵਿੱਚ ਟਿਕ ਜਾ। ਆਪਣੇ ਹਿਰਦੇ ਘਟ ਵਿੱਚ ਝਾਤ ਮਾਰ। ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਨਾਮਾ ਪ੍ਰਣਮੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੇ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਇਹ ਗੱਲ ਆਖਦੀ ਹੈ ਕਿ ਜੋ ਸੰਸਾਰ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਹੈ, ਸਾਰਾ ਕੁਝ ਹੀ ਸਾਡੇ ਸਰੀਰ ਦੇ ਵਿੱਚ ਹੀ ਹੈ, ਸਾਡੇ ਹਿਰਦੇ ਘਟ ਦੇ ਵਿੱਚ ਹੀ ਹੈ। ਤੇ ਜਿਹੜਾ ਵੀ ਖੋਜ ਕਰੇਗਾ ਪਿਆਰਿਓ, ਉਸ ਨੂੰ ਪ੍ਰਾਪਤੀ ਹੋ ਜਾਵੇਗੀ। ਜਿਹੜਾ ਵੀ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਸਤਿਗੁਰ ਦੇ ਮੁਬਾਰਕ ਚਰਨਾਂ ਦੇ ਨਾਲ ਜੁੜ ਜਾਵੇਗਾ, ਆਪਣੇ ਹਿਰਦੇ ਘਟ ਵੱਲ ਝਾਤੀ ਮਾਰੇਗਾ, ਉਸ ਨੂੰ ਇਹ ਪ੍ਰਾਪਤੀ ਹੋ ਜਾਵੇਗੀ। ਆਨੰਦ ਮੰਗਲ ਗੁਣ ਗਾਓ ਸਹਿਜ ਤੁਨ, ਨਿਹਚਲ ਰਾਜ ਕਮਾਓ। ਤੇ ਫਿਰ ਕੀ, ਹਿਰਦੇ ਘਟ ਦੇ ਵਿੱਚ ਟਿਕ ਕਰਕੇ ਆਨੰਦ ਮੰਗਲ ਗਾਓ, ਪਰਮੇਸ਼ਰ ਦੇ ਗੁਣ ਗਾਇਨ ਕਰੋ, ਨਿਹਚਲ ਰਾਜ ਕਮਾਓ। ਅਟਲ ਰਾਜ, ਜਿਸ ਰਾਜ ਵਾਸਤੇ ਪਿਆਰਿਓ ਬੜੇ ਯਤਨ ਕਰਨੇ ਪੈਂਦੇ ਨੇ, ਉਸ ਰਾਜ ਵਾਸਤੇ ਅਟਲ ਰਾਜ, ਅਟਲ ਸਥਿਰ ਟਿਕਾਣਾ, ਜਿੱਥੋਂ ਕਦੇ ਮੁੜ ਕੇ ਡੋਲਣ ਵਾਲੀ ਗੱਲ ਨਹੀਂ ਰਹਿ ਜਾਂਦੀ। ਸਤਿਗੁਰਾਂ ਦੇ ਮੁਬਾਰਕ ਬਚਨ ਹਨ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਫਿਰ ਆਨੰਦ ਮੰਗਲ, ਉਸ ਮਾਲਕ ਦੇ ਗੁਣ ਗਾਇਨ ਕਰੇਗਾ, ਉਸ ਦੇ ਗੁਣ ਗਾਇਨ ਕਰ, ਨਿਸ਼ਚਲ ਰਾਜ ਕਮਾਓ, ਅਟਲ ਰਾਜ ਦੀ ਪ੍ਰਾਪਤੀ ਕਰ। ਅਟਲ ਰਾਜ ਦੀ ਪ੍ਰਾਪਤੀ ਵਾਸਤੇ ਪਿਆਰਿਓ ਧਰੂਵ ਦਾ ਜ਼ਿਕਰ ਆਉਂਦਾ ਹੈ। ਧਰੂਵ ਅਟਲ ਅਦਭੁਤ ਨ ਟਰਿਓ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸਿਮਰਨ ਕੀਤਾ, ਬੰਦਗੀ ਕੀਤੀ, ਅੱਜ ਤੱਕ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ, ਉਹ ਅਟਲ ਹੋ ਗਏ। ਅਟਲ ਭਇਓ ਤੂੰ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਵਿਦ ਕੋ ਸੁਆਮੀ, ਤੈ ਕਾ ਹੀ ਵਿਸਰਾਇਆ। ਕਹਿੰਦੇ ਐ ਇਨਸਾਨ, ਤੂੰ ਕਿਉਂ ਉਸ ਨੂੰ ਵਿਸਾਰ ਦਿੱਤਾ? ਤੂੰ ਝਾਤੀ ਮਾਰ, ਛੋਟਾ ਜਿਹਾ ਬੱਚਾ ਬਚਪਨ ਦੇ ਵਿੱਚ ਹੀ ਜਿਸ ਨੇ ਅਟਲ ਪਦਵੀ ਨੂੰ ਪ੍ਰਾਪਤ ਕਰ ਲਿਆ, ਉਹ ਕਿਵੇਂ ਉਸ ਮਾਲਿਕ ਦਾ ਚਿੰਤਨ ਕਰਕੇ। ਮਾਂ ਨੇ ਤੁਰ ਇਹ ਗੱਲ ਕਹਿ ਦਿੱਤੀ ਨਾ ਕਿ ਜਿਹੜਾ ਰਾਜ ਹੈ, ਨਿਸ਼ਚਲ ਰਾਜ, ਉਹ ਮਿਲਦਾ ਹੀ ਤਾਂ ਹੈ ਜੇ ਪਰਮੇਸ਼ਰ ਦੀ ਬੰਦਗੀ ਕਰੀਏ। ਭਾਈ ਗੁਰਦਾਸ ਸਾਹਿਬ ਜੀ ਆਪਣੀ ਪਾਵਨ ਪਵਿੱਤਰ ਵਾਰ ਦੇ ਵਿੱਚ ਇਹ ਜ਼ਿਕਰ ਕਰਦੇ ਨਾ ਕਿ ਧਰੂਵ ਨੇ ਆਪਣੀ ਮਾਂ ਨੂੰ ਪੁੱਛਿਆ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਬੀਤਾ। ਇਹ ਮਾਂ ਦੇ ਬੋਲ ਸਨ।
ਪਰਮੇਸ਼ਰ ਆਰਾਧੀਐ, ਜਿਦੂ ਹੋਈਐ ਪਤਿਤ ਪੁਨੀਤਾ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸਿਆ, ਨਾਉ ਨਿਧਾਨ ਅਮਿਓ ਰਸ ਪੀਤਾ। ਪਿਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ। ਹਾਰ ਚਲੇ ਗੁਰਮੁਖ ਜਗ ਜੀਤਾ। ਜਿਹੜਾ ਗੁਰਮੁਖ ਬਣ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਪਿਆਰਿਓ, ਉਸ ਜਗਤ ਦੇ ਵਿੱਚ ਜਿੱਤ ਜਾਂਦਾ ਹੈ। ਉਸ ਨੂੰ ਅਟਲ ਰਾਜ ਪ੍ਰਾਪਤ ਹੋ ਜਾਂਦਾ ਹੈ, ਉਸ ਨੂੰ ਅਟਲ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ। ਤੁਮ ਕਰ ਆਓ ਮੇਰੇ ਮੀਤ, ਐ ਮੇਰੀ ਮਨਾ, ਐ ਮੇਰੇ ਮਿੱਤਰ, ਆਪਣੇ ਹਿਰਦੇ ਘੜ ਦੇ ਵਿੱਚ ਆ ਜਾ। ਮਨ ਨੂੰ ਸੰਬੋਧਨ ਕਰਕੇ ਕਹਿ ਦੇ, ਤੁਮ ਕਰ ਆਓ ਮੇਰੇ ਮੀਤ, ਐ ਮੇਰੇ ਮਨਾ, ਇੱਧਰ ਉੱਧਰ ਤੂੰ ਭਟਕਦਾ ਫਿਰਦਾ, ਇੱਧਰ ਉੱਧਰ ਨਾ ਭਟਕ, ਹਿਰਦੇ ਘੜ ਦੇ ਵਿੱਚ ਆ ਜਾ। ਤੁਮ ਘਰ ਆਓ ਮੇਰੇ ਮੀਤ, ਆਓ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਣੜੇ ਖੜੀ ਤੱਕਾ, ਮੈਂ ਮਨ ਚਾਉ ਕਣੇਰਾ ਨਾ। ਐ ਮੇਰੇ ਮਿੱਤਰ ਮਨ, ਹਿਰਦੇ ਘੜ ਦੇ ਵਿੱਚ ਆ ਜਾ। ਜਦੋਂ ਤੂੰ ਹਿਰਦੇ ਘੜ ਦੇ ਵਿੱਚ ਆ ਜਾਵੇਂਗਾ ਤੇ ਆਨੰਦ ਬਣ ਜਾਵੇਗਾ। ਤੁਮਰੇ ਦੋਖੀ ਹਰਿ ਆਪ ਨਿਵਾਰੇ, ਅਪਦਾ ਭਈ ਬਤੀਤ। ਤੇ ਤੇਰੇ ਦੋਖੀ ਕਿਹੜੇ ਨੇ? ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹ ਵਾਹਿਗੁਰੂ ਨੇ ਕਹਿੰਦੇ ਹੁਣ ਪਾਸੇ ਕਰ ਦਿੱਤੇ ਨੇ, ਉਹਨਾਂ ਨੂੰ ਅਲੱਗ ਕਰ ਦਿੱਤਾ। ਕਦੋਂ ਅਲੱਗ ਕੀਤਾ? ਜਦੋਂ ਪਰਮੇਸ਼ਰ ਦੇ ਚਿੰਤਨ ਦੇ ਵਿੱਚ ਮਨੁੱਖ ਜੁੜ ਜਾਂਦਾ, ਜਦੋਂ ਵਾਹਿਗੁਰੂ ਦੇ ਨਾਲ ਜੁੜ ਜਾਂਦਾ। ਸਤਿਗੁਰੂ ਕਹਿੰਦੇ ਹੁਣ ਜਿਹੜੇ ਤੇਰੇ ਦੋਖੀ ਸਨ, ਉਹਨਾਂ ਨੂੰ ਕਹਿੰਦੇ ਪਾਸੇ ਕਰ ਦਿੱਤਾ। ਉਹ ਹੁਣ ਅਲੱਗ ਹੋ ਗਏ ਤੇਰੇ ਤੋਂ, ਉਹ ਤੇਰੇ ਤੇ ਹੁਣ ਜ਼ੋਰ ਨਹੀਂ ਪਾ ਸਕਦੇ। ਪਿਆਰੋ ਕਹੀਏ ਤੇ ਸਾਨੂੰ ਭਟਕਾਉਂਦੇ ਨੇ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹ ਸਤਿਗੁਰੂ ਆਪਣੀ ਮੁਬਾਰਕ ਬਚਨਾਂ ਦੇ ਵਿੱਚ ਇਹ ਗੱਲ ਕਹਿੰਦੇ ਨੇ, ਪੰਚਮ ਗੁਰਦੇਵ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਵਾਹਿਗੁਰੂ ਜੀ, ਇਹਨਾਂ ਤੋਂ ਮੇਰੀ ਖਲਾਸੀ ਕਰਾ ਦਿਓ ਤੇ ਮੈਨੂੰ ਆਪਣੇ ਨੇੜੇ ਬੁਲਾ ਲਓ, ਮੈਨੂੰ ਆਪਣੀ ਨੇੜਤਾ ਬਖਸ਼ਿਸ਼ ਕਰੋ। ਨੇੜਤਾ ਹੋਵੇਗੀ ਤਾਂ ਜਦੋਂ ਅਸੀਂ ਗੁਰੂ ਦੇ ਵੱਲ ਤੁਰਾਂਗੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋੜ ਪੈਂਡਾ ਆਗੇ ਹੋਏ ਰੀਤ। ਸਤਿਗੁਰੂ ਤੇ ਕਰੋੜਾਂ ਪੈਂਡਾ ਪਿਆਰਿਓ ਅੱਗੋਂ ਗਲ ਵਕੜੀ ਵਿੱਚ ਲੈਣ ਵਾਸਤੇ ਖੜੇ ਨੇ, ਪਰ ਅਸੀਂ ਇੱਕ ਕਦਮ ਤੇ ਚੱਲੀਏ, ਇੱਕ ਕਦਮ ਚੱਲਾਂਗੇ, ਕਰੋੜਾਂ ਕਦਮ ਮੇਰਾ ਵਾਹਿਗੁਰੂ ਸਾਨੂੰ ਅੱਗੋਂ ਲੈਣ ਵਾਸਤੇ ਬਾਹੀਂ ਉਲਾਰੀ ਖੜਾ ਹੈ ਕਿ ਮੇਰਾ ਸਿੱਖ ਮੇਰੇ ਵਾਲੇ ਪਾਸੇ ਨੂੰ ਆਵੇ। ਕਹਿੰਦੇ ਜਿਹੜੇ ਤੇਰੇ ਦੋਖੀ ਨੇ ਉਹਨਾਂ ਨੂੰ ਕਹਿੰਦੇ ਪਾਸੇ ਕਰ ਦਿਆਂਗੇ, ਉਹ ਨਹੀਂ ਤੇਰੇ ਕੋਲ ਰਹਿਣਗੇ, ਪਰ ਤੂੰ ਮੇਰੇ ਵਾਲੇ ਪਾਸੇ ਨੂੰ ਚੱਲ ਸਹੀ ਇੱਕ ਵਾਰੀ। ਜਦੋਂ ਤੂੰ ਚੱਲੇਗਾ ਤੇ ਇਹ ਬਖਸ਼ਿਸ਼ ਹੋ ਜਾਵੇਗੀ, ਇਹ ਰਹਿਮਤ ਹੋ ਜਾਵੇਗੀ। ਤੁਮਰੇ ਦੋਖੀ ਹਰਿ ਆਪ ਨਿਵਾਰੇ, ਅਪਦਾ ਭਈ ਬਤੀਤ। ਕਹਿੰਦੇ ਇਹਨਾਂ ਦਾ ਜਿਹੜਾ ਸਮਾਂ ਸੀ ਉਹ ਖਤਮ ਹੋ ਗਿਆ। ਅਪਦਾ ਤੋਂ ਭਾਵ ਵਿਪਤਾ ਦਾ ਸਮਾਂ ਜਿਹੜਾ ਸੀ ਨਾ, ਉਹ ਹੁਣ ਖਤਮ ਹੋ ਗਿਆ। ਇਹ ਜਿਹੜੇ ਤੈਨੂੰ ਦੁਖੀ ਕਰਦੇ ਸੀ ਨਾ, ਇਹਨਾਂ ਦਾ ਸਮਾਂ ਹੀ ਖਤਮ ਕਰ ਦਿੱਤਾ। ਵਾਹਿਗੁਰੂ ਕਿੱਡੀ ਕਿਰਪਾ ਕਰਦਾ ਪਿਆਰਿਓ, ਕਿੱਡੀ ਰਹਿਮਤ ਕਰਦਾ। ਇਹ ਰਹਾਲ ਦੀਆਂ ਪੰਕਤੀਆਂ ਹਨ। ਵਾਹਿਗੁਰੂ ਦੇ ਨਾਲ ਜੁੜੀਏ ਤੇ ਸਾਡੇ ਜਿਹੜੇ ਦੋਖੀ ਨੇ ਉਹਨਾਂ ਨੂੰ ਮਾਲਕ ਦੂਰ ਕਰ ਦੇਵੇਗਾ। ਇੱਕ ਛੋਟੀ ਜਿਹੀ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਕਹਿੰਦੇ ਇੱਕ ਬੀਬੀ ਜਿਸ ਨੇ ਪੰਜਾ ਸਾਹਿਬ ਅਰਦਾਸ ਬੇਨਤੀ ਕੀਤੀ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੁੜ ਕਰਕੇ ਕੀਤੀ, ਐ ਮੇਰੇ ਮਾਲਕ ਸਾਡੇ ਘਰ ਦੇ ਵਿੱਚ ਕੋਈ ਔਲਾਦ ਨਹੀਂ, ਭਾਵੇਂ ਧੀ ਭਾਵੇਂ ਪੁੱਤਰ, ਕੋਈ ਬਖਸ਼ਿਸ਼ ਕਰੋ, ਰਹਿਮਤ ਕਰੋ। ਤੇ ਮੈਂ ਤੁਹਾਡੇ ਦਰ ਤੇ ਸ਼ੁਕਰਾਨਾ ਕਰਨ ਵਾਸਤੇ ਆਵਾਂਗੀ, ਤੁਹਾਡੇ ਦਰ ਤੇ ਸ਼ੁਕਰਾਨਾ ਕਰਨ ਵਾਸਤੇ। ਜੋ ਪੂਰਨਮਾਸ਼ੀ ਤੇ ਕਹਿੰਦੇ ਕੀਰਤਨ ਦਰਬਾਰ ਹੁੰਦਾ, ਉਸ ਦੇ ਵਿੱਚ ਮੈਂ ਹਾਜ਼ਰੀਆਂ ਭਰਨ ਵਾਸਤੇ ਆਵਾਂਗੀ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕਰ ਦਿੱਤੀ। ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮੇਲੇ ਅਰੇ। ਵਾਹਿਗੁਰੂ ਬਖਸ਼ਿਸ਼ਾਂ ਕਰਦਾ ਪਿਆਰਿਓ ਸਤਿਗੁਰਾਂ ਸਾਰਿਆਂ ਦੇ ਉੱਤੇ ਬਖਸ਼ਿਸ਼ ਹੋਏ। ਇਹਨਾਂ ਦੇ ਘਰ ਦੇ ਵਿੱਚ ਪਿਆਰਿਓ ਪੁੱਤਰ ਪੈਦਾ ਹੋਇਆ। ਪੁੱਤਰ ਪੈਦਾ ਹੋਇਆ
ਹੁਣ ਸ਼ੁਕਰਾਨਾ ਕਰਨ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਪੰਜਾ ਸਾਹਿਬ ਦੀ ਧਰਤੀ ਤੇ ਜਾਣਾ ਸੀ ਤੇ ਇਹ ਟ੍ਰੇਨ ਦੇ ਵਿੱਚ ਅਸਵਾਰ ਹੋ ਗਈ। ਟ੍ਰੇਨ ਦੇ ਵਿੱਚ ਅਸਵਾਰ ਜਿਸ ਵੇਲੇ ਹੋਈ, ਸਫ਼ਰ ਕਰਦਿਆਂ ਹੋਇਆ ਇਸ ਨੂੰ ਚੇਤਾ ਭੁੱਲ ਗਿਆ। ਚੇਤਾ ਭੁੱਲ ਗਿਆ, ਪੰਜਾ ਸਾਹਿਬ ਤੋਂ ਅੱਗੇ ਲੰਘ ਗਈ। ਜਿਸ ਵੇਲੇ ਪੰਜਾ ਸਾਹਿਬ ਤੋਂ ਅੱਗੇ ਲੰਘ ਗਈ, ਅੱਗੇ ਸਟੇਸ਼ਨ ਤੇ ਪੁੱਛਿਆ ਕਿਸੇ ਨੂੰ, ਇਹ ਕਿਹੜੀ ਜਗ੍ਹਾ ਹੈ ਪੰਜਾ ਸਾਹਿਬ ਦਾ ਸਟੇਸ਼ਨ? ਕਹਿੰਦੇ ਨਹੀਂ, ਤੁਸੀਂ ਅੱਗੇ ਲੰਘ ਗਏ ਹੋ ਇੱਕ ਸਟੇਸ਼ਨ। ਕਹਿੰਦੇ ਮੈਂ ਇੱਥੇ ਹੀ ਉਤਰ ਜਾਂਦੀ ਹਾਂ। ਉੱਥੇ ਹੀ ਉਤਰੀ। ਉਤਰ ਕਰਕੇ ਉਸਨੇ ਸਟੇਸ਼ਨ ਮਾਸਟਰ ਨੂੰ ਇਹ ਗੱਲ ਆਖੀ ਕਿ ਮੈਂ ਗੁਰੂ ਨਾਨਕ ਦੇ ਘਰ ਜਾਣਾ ਸੀ। ਉਹ ਸੀ ਸਰਦਾਰ ਸਟੇਸ਼ਨ ਮਾਸਟਰ। ਕਹਿੰਦੀ ਮੈਂ ਜਾਣਾ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਦਰਬਾਰ ਦੇ ਵਿੱਚ ਪੰਜਾ ਸਾਹਿਬ, ਤੇ ਹੁਣ ਤੇ ਮੈਂ ਲੇਟ ਹੋ ਗਈ। ਅੱਜ ਕਹਿੰਦੀ ਰਾਤ ਨੂੰ ਕੀਰਤਨ ਦਰਬਾਰ ਹੈ, ਉੱਥੇ ਪੂਰਨਮਾਸੀ ਵਾਲਾ ਦਿਨ ਹੈ, ਤੇ ਮੈਂ ਤੇ ਉੱਥੇ ਪਹੁੰਚਣਾ ਸੀ। ਮੈਂ ਅੱਗੇ ਸਟੇਸ਼ਨ ਲੰਘ ਆਈ ਹਾਂ, ਤੇ ਹੁਣ ਮੈਂ ਕਿਸ ਤਰ੍ਹਾਂ ਜਾਵਾਂ? ਸਟੇਸ਼ਨ ਮਾਸਟਰ ਸਰਦਾਰ ਤੇ ਪ੍ਰਭੂ ਦੇ ਭਾਉ ਵਾਲਾ ਸੀ। ਉਸਨੇ ਸੋਚਿਆ ਇਸ ਬੀਬੀ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਪਹੁੰਚਾਵਾਂ। ਪਰਉਪਕਾਰ ਦਾ ਸੁਭਾਅ ਸੀ। ਗੁਰਮੁਖ ਪਰਉਪਕਾਰੀ ਵਿਰੜਾ ਪਾਇਆ। ਜਗਤ ਦੇ ਵਿੱਚ ਵਿਰੜੇ ਹੋਇਆ ਕਰਦੇ ਨੇ ਪਿਆਰੇ, ਜਿਹੜੇ ਪਰਉਪਕਾਰ ਦੇ ਕੰਮ ਕਰਦੇ ਨੇ। ਜਨਮ ਮਰਨ ਰਹੂ ਮੇਰਾਹੀ, ਜਨ ਪਰਉਪਕਾਰੀ ਆਏ। ਸਾਡੇ ਗੁਰੂ ਸਾਹਿਬਾਨਾਂ ਨੇ ਤੇ ਪਿਆਰੀ ਸਾਰੀ ਉਮਰਾਂ ਹੀ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਪਰਉਪਕਾਰ ਹੀ ਕੀਤੇ ਨੇ, ਤੇ ਉਹੀਓ ਅੱਗੇ ਪਿਆਰੇ ਜਿਹੜੇ ਗੁਣ ਨੇ ਆਪਣੇ ਸਿੱਖਾਂ ਦੇ ਵਿੱਚ ਭਰੇ ਹੋਏ ਨੇ। ਹੁਣ ਸਿੱਖ ਸਟੇਸ਼ਨ ਮਾਸਟਰ ਦੇ ਮਨ ਦੇ ਵਿੱਚ ਆਇਆ ਕਿ ਇਹ ਬੜਾ ਵੱਡਾ ਪਰਉਪਕਾਰ ਹੈ, ਜੇ ਮੈਂ ਇਸ ਨੂੰ ਪੰਜਾ ਸਾਹਿਬ ਦੀ ਧਰਤੀ ਤੇ ਪਹੁੰਚਾ ਦਿਆਂ। ਉਹਦਾ ਦਿਨਾਂ ਦੇ ਵਿੱਚ ਕਹਿੰਦੇ ਟਾਂਗੇ ਚੱਲਿਆ ਕਰਦੇ ਸਨ, ਟਾਂਗੇ ਸਟੇਸ਼ਨ ਦੇ ਲਾਗੇ ਖੜੇ ਹੋਏ ਸਨ। ਇੱਕ ਟਾਂਗੇ ਵਾਲੇ ਨੂੰ ਆਵਾਜ਼ ਮਾਰੀ। ਸਟੇਸ਼ਨ ਮਾਸਟਰ ਤੋਂ ਸਾਰੇ ਡਰਦੇ ਸਨ, ਕਿਉਂਕਿ ਟਾਂਗੇ ਉੱਥੇ ਹੀ ਲਗਾਇਆ ਕਰਦੇ ਸਨ। ਤੇ ਆਏ, ਇੱਕ ਟਾਂਗੇ ਵਾਲਾ ਆਇਆ, ਕਹਿੰਦੇ ਆਹ ਬੀਬੀ ਨੂੰ ਕਹਿੰਦੀ ਤੇ ਨਾਲ ਬੱਚਾ ਇਸ ਦਾ, ਕਹਿੰਦੇ ਇਹਨੂੰ ਪੰਜਾ ਸਾਹਿਬ ਲੈ ਜਾ। ਜਿਤਨੇ ਤੇਰੇ ਪੈਸੇ ਬਣਦੇ ਨੇ ਉਸ ਤੋਂ ਵੱਧ ਲੈ ਲਾ, ਤੈਨੂੰ ਮੈਂ ਇਨਾਮ ਵੀ ਦਿੰਦਾ ਹਾਂ। ਤੇ ਕਹਿੰਦੇ ਇਹਨਾਂ ਨੂੰ ਉੱਥੇ ਛੱਡ ਜਾ। ਯਾਰੂ ਪੈਸੇ ਵੀ ਲੈ ਲਏ, ਇਨਾਮ ਵੀ ਲੈ ਲਿਆ, ਤੇ ਹੁਣ ਇਹ ਟਾਂਗੇ ਵਾਲਾ ਤੁਰ ਪਿਆ। ਟਾਂਗੇ ਵਾਲਾ ਤੁਰ ਪਿਆ। ਰਸਤੇ ਦੇ ਵਿੱਚ ਇਹਦਾ ਮਨ ਬੇਈਮਾਨ ਹੋ ਗਿਆ। ਰਸਤੇ ਦੇ ਵਿੱਚ ਇਹਦਾ ਮਨ ਬੇਈਮਾਨ ਹੋ ਗਿਆ ਕਿ ਬੱਚੇ ਨੂੰ ਮਾਰ ਕੇ ਕਿਤੇ ਮੈਂ ਸੁੱਟ ਦਿੰਦਾ, ਇਹਦੇ ਕੋਲ ਜੋ ਕੁਝ ਹੈਗਾ ਮੈਂ ਲੁੱਟ ਲਵਾਂਗਾ, ਜੋ ਕੁਝ ਇਹਦੇ ਕੋਲ ਹੈ ਉਹ ਮੈਂ ਲੁੱਟ ਲਵਾਂਗਾ। ਤੇ ਜਿਸ ਵੇਲੇ ਇਸਨੇ ਟਾਂਗਾ ਖੜਾ ਕੀਤਾ, ਬੱਚੇ ਨੂੰ ਉਸਦੀ ਗੋਦ ਦੇ ਵਿੱਚੋਂ ਖੋਹ ਕੇ ਤੇ ਬਾਹਰ ਮਾਰਨ ਲੱਗਾ। ਪੱਥਰ ਦੇ ਉੱਤੇ ਮਾਰ ਕੇ ਮਾਰਨ ਲੱਗਾ। ਬੱਚਾ ਰੋ ਰਿਹਾ ਸੀ। ਇਹ ਬੀਬੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਉੱਚੀ ਉੱਚੀ, ਕਿ ਸਾਨੂੰ ਬਚਾਓ, ਸਾਨੂੰ ਬਚਾਓ। ਇਸ ਨੇ ਕੀ ਕੀਤਾ? ਟਾਂਗੇ ਵਾਲੇ ਨੇ, ਹੈ ਇਹ ਪਠਾਨ ਸੀ ਪਿਆਰੂ। ਵੈਸੇ ਜਾਤ ਧਰਮ ਇਹ ਕੋਈ ਵੀ ਗੱਲ ਨਹੀਂ ਕਹਿੰਦੀ। ਇਹ ਐਸਾ ਕਰਮ ਕਰਨ ਵਾਸਤੇ ਕਿਸੇ ਵੀ ਕੁਲ ਦੇ ਵਿੱਚ ਹੋਵੇ, ਕਿਸੇ ਵੀ ਧਰਮ ਦੇ ਵਿੱਚ ਹੋਵੇ, ਮਾੜਾ ਕੋਈ ਵੀ ਇਨਸਾਨ ਹੋ ਸਕਦਾ, ਪਰ ਹੈ ਸੀ ਕਿ ਪਠਾਨ ਸੀ। ਇਸਨੇ ਕਹਿੰਦੇ ਬੀਬੀ ਨੂੰ ਟਾਂਗੇ ਦੇ ਨਾਲ ਬੰਨ੍ਹ ਦਿੱਤਾ, ਤੇ ਫਿਰ ਬੱਚੇ ਨੂੰ ਚੁੱਕਿਆ ਕਿ ਇਸ ਨੂੰ ਮੈਂ ਪੱਥਰ ਦੇ ਉੱਤੇ ਮਾਰ ਕੇ ਮਾਰ ਦੇਵਾਂਗਾ ਬੱਚੇ। ਬੀਬੀ ਉੱਚੀ ਉੱਚੀ ਕੁਹਾਰ ਪਾ ਰਹੀ ਹੈ ਕਿ ਸਤਿਗੁਰੂ ਨਾਨਕ ਪਾਤਸ਼ਾਹ ਸਾਨੂੰ ਬਚਾਓ, ਅਸੀਂ ਤੇ ਤੁਹਾਡੇ ਦਰ ਤੇ ਜਾਣਾ ਸੀ। ਇਹ ਮੇਰੇ ਬੱਚੇ ਨੂੰ ਵੀ ਮਾਰ ਰਿਹਾ ਤੇ ਮੈਨੂੰ ਵੀ ਬੰਨ੍ਹ ਦਿੱਤਾ। ਜਿਸ ਵੇਲੇ ਫਿਰ ਉਸਨੇ ਬੱਚੇ ਨੂੰ ਚੁੱਕਿਆ ਤੇ ਮਾਰਨ ਦੀ ਕੋਸ਼ਿਸ਼ ਕੀਤੀ ਪਿਆਰਿਓ, ਜਿੱਥੇ ਉਹ ਪਰਮੇਸ਼ਰ ਰਖਵਾਲਾ ਹੋ ਜਾਂਦਾ, ਤਾਤੀ ਵਾਵ ਨਾ ਲੱਗ ਗਈ। ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਾਰ। ਦੁੱਖ ਲਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ। ਜਿਨ ਬਣਤ ਬਣਾਈ, ਰਾਮ ਨਾਮ ਅਵਖਦ ਦੀਆ ਏਕ ਕਾਜ ਵਿਲਾਈ। ਰਾਖ ਲਿਏ ਤਿਨ ਰਖਨਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਪਏ ਸਹਾਈ। ਤੇ ਪਿਆਰੋ ਉੱਥੋਂ ਇੱਕ ਸੱਪ ਨਿਕਲਿਆ। ਸੱਪ ਨਿਕਲਿਆ, ਸੱਪ ਨੇ ਫਨ ਖਿਲਾਰੀ ਹੋਈ। ਪਿਆਰਿਓ ਅੱਜ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਉਹ ਯਾਦ ਆ ਗਈ ਬੀਬੀ ਨੂੰ, ਕਿ ਕਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਤੇ ਸਰਪ ਨੇ ਛਾਇਆ ਕੀਤੀ ਸੀ। ਜਦੋਂ ਧੁੱਪ ਦੇ ਵਿੱਚ ਸਨ, ਅੱਜ ਤੇ ਕੋਈ ਉਹ ਸਰਪ ਆ ਗਿਆ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀਆਂ ਨੂੰ ਸਰਪ ਨੇ ਛਾਇਆ ਕੀਤੀ ਤੇ ਰਾਏ ਬਲਾਰ ਨੇ, ਜਦੋਂ ਰਾਏ ਬਲਾਰ ਗੁਰੂ ਵੇਖਿਆ ਨਾ ਕਿ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਸਿਰ ਦੇ ਉੱਤੇ
ਸੱਪ ਨੇ ਫਨ ਖਿਲਾਰੀ ਹੋਈ ਹੈ, ਸੀਸ ਦੇ ਉੱਤੇ ਫਨ ਖਿਲਾਰੀ ਹੋਈ ਹੈ, ਮੂੰਹ ਸਿਰ ਨਿਕਲ ਗਿਆ ਪਿਆਰੂ ਸਤਿਗੁਰਾਂ ਦੇ ਉੱਤੇ ਮੁਬਾਰਕ। ਜਿਸ ਵੇਲੇ ਕਹਿੰਦੇ ਸੀਸ ਦੇ ਉੱਤੇ ਫਨ ਖਿਲਾਰੀ ਹੋਈ ਤੇ ਰਾਏ ਬਲਾਰ ਨੇ ਵੇਖਿਆ ਕਿਧਰੇ ਸੱਪ ਡੰਗ ਨਾ ਮਾਰ ਦੇਵੇ। ਕੋਲ ਘੋੜੇ ਦੀ ਆਵਾਜ਼ ਸੁਣੀ, ਜਦੋਂ ਰਾਏ ਬਲਾਰ ਦੇ ਘੋੜੇ ਦੀ ਆਵਾਜ਼ ਸੱਪ ਨੇ ਸੁਣੀ ਤੇ ਸੱਪ ਉੱਥੋਂ ਚਲਿਆ ਗਿਆ। ਤੇ ਰਾਏ ਬਲਾਰ ਕਹਿੰਦਾ ਨਾਨਕ ਨਾਨਕ ਤੂੰ ਕੋਈ ਖਾਸ ਬੰਦਾ ਹੈ, ਤੂੰ ਖਾਸ ਬੰਦਾ ਹੈ ਖੁਦਾ ਦਾ। ਤੇ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੀ ਸਾਰੀ ਹੁੰਦੀ ਦੀ ਖਾਸ ਹੀ ਨਹੀਂ, ਆਮ ਬਣ ਜਾਂਦੇ ਨੇ, ਆਮ ਬਣ ਜਾਂਦੇ ਨੇ ਪਰਮੇਸ਼ਰ ਦੇ ਨਾਲ ਟੁੱਟ ਕਰਕੇ। ਸਾਰੇ ਖਾਸ ਹੀ ਹੋਇਆ ਕਰਦੇ ਨੇ। ਪਰਮੇਸ਼ਰ ਜਿਸ ਨੂੰ ਵੀ ਭੇਜਦਾ, ਖਾਸ ਬਣਾ ਕੇ ਭੇਜਦਾ, ਤੇ ਉਹ ਆਮ ਬਣ ਜਾਇਆ ਕਰਦੇ ਨੇ। ਅੱਜ ਜਿਸ ਵੇਲੇ ਸੱਪ ਆਇਆ ਕਹਿੰਦੇ ਖੁੱਡ ਦੇ ਵਿੱਚੋਂ ਨਿਕਲ ਕੇ, ਉਹ ਜਿਹੜਾ ਪਠਾਨ ਸੀ ਉਸਦੇ ਡੰਗ ਮਾਰਿਆ ਉਸਨੇ। ਪਠਾਨ ਉਸੇ ਵੇਲੇ ਤੜਫ ਕੇ ਡਿੱਗ ਪਿਆ, ਤੜਫ ਕੇ ਡਿੱਗ ਪਿਆ। ਹੁਣ ਬੱਚਾ ਵੀ ਰੋ ਰਿਹਾ, ਬੀਬੀ ਬੱਧੀ ਹੋਈ ਹੈ ਟਾਂਗੇ ਦੇ ਨਾਲ, ਇਹ ਵੀ ਉੱਚੀ ਉੱਚੀ ਆਵਾਜ਼ਾਂ ਮਾਰ ਰਹੀ ਹੈ। ਪਿਆਰੂ ਬਖਸ਼ਿਸ਼ ਸਤਿਗੁਰੂ ਕਿਤਨੀ ਕਰਦਾ ਹੈ। ਇੱਕ ਟਰੱਕ ਵਾਲਾ ਸਰਦਾਰ ਆਇਆ, ਇਹ ਕਿਧਰੋਂ ਆਇਆ? ਇਹਦੇ ਬਾਬੇ ਨਾਨਕ ਨੇ ਆਪ ਹੀ ਭੇਜਿਆ। ਟਰੱਕ ਵਾਲਾ ਸਰਦਾਰ ਆਇਆ, ਉਸਨੇ ਵੇਖਿਆ ਬੀਬੀ ਨੂੰ ਬੰਨਿਆ ਹੋਇਆ ਤੇ ਬੱਚਾ ਰੋ ਰਿਹਾ। ਉਸਨੇ ਪਹਿਲੋਂ ਆ ਕੇ ਬੱਚੇ ਨੂੰ ਚੁੱਕਿਆ। ਪਿਆਰੂ ਸੱਪ ਕਹਿੰਦੇ ਤੱਕ ਰਿਹਾ, ਸੱਪ ਤੱਕ ਰਿਹਾ। ਉਸ ਵੇਲੇ ਵੀ ਬੱਚੇ ਨੂੰ ਚੁੱਕਿਆ ਤੇ ਚੁੱਕ ਕੇ ਚੁੱਪ ਕਰਾਇਆ ਤੇ ਬੀਬੀ ਨੂੰ ਖੋਲ੍ਹਿਆ। ਬੀਬੀ ਨੂੰ ਖੋਲ੍ਹਿਆ ਤੇ ਪੁੱਛਿਆ ਬੀਬੀ ਤੂੰ ਇਸ ਟਾਈਮ ਇੱਥੇ ਕਿੱਦਾਂ? ਕਹਿੰਦੇ ਕਿ ਮੈਂ ਤੇ ਆਈ ਸੀ ਪੰਜਾ ਸਾਹਿਬ ਦਰਸ਼ਨ ਕਰਨ ਵਾਸਤੇ, ਆ ਬੱਚੇ ਦੀ ਸੁਖਣਾ ਉਤਾਰਨ ਵਾਸਤੇ, ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ। ਅੱਜ ਕਹਿੰਦੇ ਪੂਰਨਮਾਸੀ ਦਾ ਜਿਹੜਾ ਰਹਿਣ ਸਬਾਈ ਹੈ ਉਹਦੇ ਵਿੱਚ ਜਾਣਾ ਸੀ। ਮੈਂ ਸਟੇਸ਼ਨ ਅੱਗੇ ਲੰਘ ਗਈ, ਸਟੇਸ਼ਨ ਮਾਸਟਰ ਨੇ ਆ ਟਾਂਗੇ ਵਾਲੇ ਨੂੰ, ਆ ਜਿਹੜਾ ਮਰਿਆ ਪਿਆ ਇਸ ਨੂੰ ਭੇਜਿਆ ਕਿ ਮੈਨੂੰ ਪੰਜਾ ਸਾਹਿਬ ਪਹੁੰਚਾ ਦੇ। ਰਸਤੇ ਦੇ ਵਿੱਚ ਇਸ ਦਾ ਮਨ ਬੇਈਮਾਨ ਹੋ ਗਿਆ, ਇਹ ਮੇਰੇ ਬੱਚੇ ਨੂੰ ਵੀ ਮਾਰਨਾ ਚਾਹੁੰਦਾ ਸੀ ਤੇ ਮੈਨੂੰ ਵੀ ਮਾਰਨਾ ਚਾਹੁੰਦਾ ਸੀ। ਖੁਦਾ ਦੀ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਇਸ ਨੂੰ ਆਪ ਹੀ ਮਾਰ ਖਪਾ ਦਿੱਤਾ। ਸੱਪ ਨੇ ਦੱਸਿਆ ਮਰ ਗਿਆ। ਕਹਿੰਦੇ ਫਿਰ ਉਸ ਸਰਦਾਰ ਨੇ, ਟਰੱਕ ਵਾਲੇ ਨੇ, ਬੀਬੀ ਨੂੰ ਅਤੇ ਬੱਚੇ ਨੂੰ ਦੋਨਾਂ ਨੂੰ ਚੜਾਇਆ ਆਪਣੇ ਟਰੱਕ ਦੇ ਉੱਤੇ ਤੇ ਪੰਜਾ ਸਾਹਿਬ ਪਹੁੰਚਾਇਆ। ਉੱਥੇ ਜਾ ਕੇ ਇਹ ਵਾਰਤਾ ਦੱਸੀ ਕਿ ਬੀਬੀ ਨੂੰ ਸੱਪ ਨੇ ਹੀ ਬਚਾਇਆ ਸਮਝੋ। ਜੇ ਸੱਪ ਉੱਥੇ ਨਾ ਆਉਂਦਾ ਤੇ ਬੱਚੇ ਨੂੰ ਵੀ ਮਾਰ ਦੇਣਾ ਸੀ ਉਸ ਪਠਾਨ ਨੇ, ਤੇ ਬੀਬੀ ਨੂੰ ਵੀ ਮਾਰ ਦੇਣਾ ਸੀ। ਤੇ ਫਿਰ ਕਹਿੰਦੇ ਵੇਖੋ ਉਹ ਮਾਲਕ ਜਿੱਥੇ ਕਿੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਉਹ ਵਾਹਿਗੁਰੂ ਜਿੱਥੇ ਕਿੱਥੇ ਵੀ ਸਹਾਈ ਹੁੰਦਾ ਪਿਆਰੂ। ਜਿਹੜਾ ਵੀ ਉਸ ਨੂੰ ਯਾਦ ਕਰਦਾ, ਜਿਹੜਾ ਉਸ ਨੂੰ ਪੁਕਾਰਦਾ ਪਿਆਰੂ, ਉਸੇ ਵੇਲੇ ਉਸੇ ਛਿਨ ਹੀ ਹਾਜ਼ਰ ਹੋ ਜਾਂਦੇ ਨੇ। ਸਤਿਗੁਰੂ ਨੇ ਬਖਸ਼ਿਸ਼ ਕੀਤੀ। ਰਹਿਣ ਸਵਾਈ ਦੇ ਕੀਰਤਨ ਦੇ ਵਿੱਚ ਆ ਕੇ ਜਿਸ ਵੇਲੇ ਸੰਗਤਾਂ ਨੂੰ ਪਤਾ ਲੱਗਿਆ ਕਿ ਬੀਬੀ ਦੀ ਰੱਖਿਆ ਗੁਰੂ ਨਾਨਕ ਸਾਹਿਬ ਨੇ ਆਪ ਕੀਤੀ ਹੈ, ਬੀਬੀ ਦੀ ਰੱਖਿਆ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਆਪ ਕੀਤੀ, ਤੇ ਵਿਸ਼ਵਾਸ ਪਿਆਰੀ ਹੋਰ ਬਣ ਜਾਂਦਾ। ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ, ਬਹੁਤ ਸਾਰੀਆਂ ਉਦਾਹਰਣਾਂ। ਜਿਵੇਂ ਕਿ ਇੱਕ ਮੁਸਲਮਾਨ ਪਰਿਵਾਰ ਨੇ ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ। ਕਿਸੇ ਨੇ ਦੱਸਿਆ ਨਾ, ਕਹਿੰਦੇ ਬੱਚਾ ਕੋਈ ਨਹੀਂ ਸੀ ਹੋ ਰਿਹਾ, ਬੱਚਾ ਕੋਈ ਨਹੀਂ ਸੀ ਹੋ ਰਿਹਾ। ਤੇ ਕਹਿੰਦੇ ਤੁਹਾਡੇ ਘਰ ਦੇ ਵਿੱਚ ਖੁਦਾ ਦਾ ਘਰ ਹੈ, ਇੱਥੇ ਤੁਸੀਂ ਲਾਗੇ ਰਹਿੰਦੇ ਹੋ, ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੋ, ਤੁਹਾਡੇ ਘਰ ਬਖਸ਼ਿਸ਼ ਹੋਵੇਗੀ, ਰਹਿਮਤ ਹੋਵੇਗੀ। ਫਿਰ ਉਹ ਕਹਿੰਦਾ ਮੁਸਲਮਾਨ ਚਲੋ ਜੇ ਬਖਸ਼ਿਸ਼ ਹੋ ਵੀ ਗਈ, ਰਹਿਮਤ ਹੋ ਵੀ ਗਈ, ਤੇ ਸਾਨੂੰ ਵਿਸ਼ਵਾਸ ਕਿਵੇਂ ਆਵੇਗਾ? ਵਿਸ਼ਵਾਸ ਕਿਵੇਂ ਆਵੇਗਾ? ਕਹਿੰਦੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ, ਬੱਚਾ ਪੈਦਾ ਹੋਇਆ, ਤੇ ਉਸ ਦੀ ਪਿੱਠ ਤੇ ਪੰਜੇ ਦਾ ਨਿਸ਼ਾਨ ਸੀ ਪਿਆਰੂ। ਇਹ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਨੇ, ਇਹ ਰਹਿਮਤਾਂ ਉਸ ਮਾਲਕ ਦੀਆਂ ਨੇ। ਜਿੱਥੇ ਕਿੱਥੇ ਜੇ ਕਿਸੇ ਦਾ ਵਿਸ਼ਵਾਸ ਟੁੱਟਦਾ ਵੀ ਹੋਵੇ ਤੇ ਮੇਰਾ ਸਤਿਗੁਰੂ ਉਹਦੇ ਵਿਸ਼ਵਾਸ ਨੂੰ ਹੋਰ ਪੱਕਿਆਂ ਕਰ ਦਿੰਦਾ ਹੈ। ਤੁਮਰੇ ਦੁਖੀ ਹਰ ਆਪ ਨਿਵਾਰੇ, ਆਪਦਾ ਭਈ ਬਤੀਤ। ਕਹਿੰਦੇ ਇਹਨਾਂ ਦਾ ਸਮਾਂ ਹੁਣ ਮੁੱਕ ਗਿਆ। ਇਹ ਜਿਹੜੀ ਕਾਮ ਕ੍ਰੋਧ ਲੋਭ ਅਹੰਕਾਰ ਦੁਖੀ ਕਰਦੇ ਸਨ, ਇਹਨਾਂ ਦਾ ਸਮਾਂ ਮੁੱਕ ਗਿਆ। ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਪਾਦਨ ਥਾਕੀ।
ਜਦੋਂ ਪਿਆਰਿਓ ਉਹ ਵਾਹਿਗੁਰੂ ਬਖਸ਼ਿਸ਼ ਕਰਦਾ, ਮਿਹਰ ਦੀ ਹਿਰਦੇ ਘਟ ਦੇ ਵਿੱਚ ਜਿਹੜਾ ਸਿੱਖ ਜੁੜ ਜਾਂਦਾ ਪਰਮੇਸ਼ਰ ਦੇ ਚਰਨਾਂ ਦੇ ਨਾਲ, ਉਦੋਂ ਫਿਰ ਵਾਹਿਗੁਰੂ ਪ੍ਰਗਟ ਹੋ ਜਾਂਦਾ। ਪ੍ਰਗਟ ਰੂਪ ਦੇ ਵਿੱਚ ਨਾਸਨ ਭਾਜਨ ਥਾ ਕੇ ਹੁਣ ਕਿਤੇ ਦੌੜ ਭੱਜਣ ਦੀ ਲੋੜ ਨਹੀਂ ਰਹਿ ਜਾਂਦੀ। ਜਿਹੜਾ ਮਾਲਕ ਦੇ ਚਰਨਾਂ ਦੇ ਨਾਲ ਜੁੜ ਗਿਆ, ਵਾਹਿਗੁਰੂ ਹਿਰਦੇ ਘਟ ਦੇ ਵਿੱਚ ਪ੍ਰਗਟ ਹੋ ਗਿਆ, ਫਿਰ ਭੱਜਣ ਦੀ ਲੋੜ ਕਿਧਰੇ, ਫਿਰ ਨੱਸਣ ਭੱਜਣ ਦੀ ਲੋੜ ਕਿਧਰੇ ਨਹੀਂ ਆਉਂਦੀ। ਨਾਸਨ ਭਾਜਨ ਥਾ ਕੇ ਸਾਰਿਆਂ ਪਾਸਿਆਂ ਤੋਂ ਥੱਕ ਕੇ ਜਦੋਂ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਸਿੱਖ ਜੁੜ ਜਾਂਦਾ ਤੇ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦਾ, ਉਹਦੇ ਹਿਰਦੇ ਘਟ ਦੇ ਵਿੱਚ ਵਾਹਿਗੁਰੂ ਆਪ ਹੀ ਪ੍ਰਗਟ ਹੋ ਜਾਂਦਾ। ਘਰ ਮੰਗਲ ਵਾਜੇ ਨਿਤ ਵਾਜੇ, ਆਪਣੇ ਖਸਮ ਨਿਵਾਜੇ। ਮਿਹਰਾਮਤ ਕਰ ਦਿੱਤੀ ਵਾਹਿਗੁਰੂ ਨੇ ਪਿਆਰੋ, ਮਿਹਰ ਦੀ ਨਜ਼ਰ ਕਰ ਦਿੱਤੀ। ਜਦੋਂ ਵਾਹਿਗੁਰੂ ਮਿਹਰ ਦੀ ਨਜ਼ਰ ਕਰਦਾ ਤੇ ਹਿਰਦੇ ਘਟ ਦੇ ਵਿੱਚ ਅਨਹਦ ਦੇ ਨਾਦ ਵੱਜਣੇ ਸ਼ੁਰੂ ਹੋ ਜਾਂਦੇ ਨੇ, ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਨੇ। ਆਪਣੇ ਖਸਮ ਨਿਵਾਜੇ ਜਦੋਂ ਮਿਹਰ ਦੀ ਨਜ਼ਰ ਕਰ ਦਿੱਤੀ। ਨਦਰ ਪੱਠੀ ਜੇ ਕਰੇ ਸੁਲਤਾਨਾ, ਕਾਹੋ ਕਰਾਇਦਾ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਜਿਸ ਨੂੰ ਵੀ ਉਹ ਨਿਵਾਜ ਦਿੰਦਾ ਵਾਹਿਗੁਰੂ, ਜਿਸ ਤੇ ਉਹ ਬਖਸ਼ਿਸ਼ ਕਰ ਦਿੰਦਾ ਹੈ। ਸਤਿਗੁਰੂ ਕਹਿੰਦੇ ਅਸਥਿਰ ਰਹੋ ਡੋਲੋ ਮਤ ਕਬੂ, ਗੁਰ ਕੈ ਬਚਨ ਆਧਾਰ। ਕਹਿੰਦੇ ਸਥਿਰ ਹੋ ਜਾ, ਕਹਿੰਦੇ ਤੈਨੂੰ ਡੋਲਣ ਦੀ ਲੋੜ ਕੋਈ ਨਹੀਂ। ਗੁਰੂ ਦੇ ਬਚਨਾਂ ਦਾ ਆਸਰਾ ਲੈ ਕੇ, ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਇਹਨਾਂ ਵਿਸ਼ਿਆਂ ਵਿਕਾਰਾਂ ਦੇ ਟਾਕਰੇ ਤੇ ਖੜ ਜਾ, ਜਮ ਕੇ ਖੜ ਜਾ, ਤੇਰਾ ਕੁਝ ਨਹੀਂ ਵਿਗਾੜ ਸਕਦੇ। ਅਸਥਿਰ ਰਹੋ, ਕਹਿੰਦੇ ਟਿਕ ਜਾ, ਡਟ ਜਾ ਇਹਨਾਂ ਦੇ ਅੱਗੇ। ਗੁਰ ਕੈ ਬਚਨ ਆਧਾਰ, ਗੁਰੂ ਦੇ ਆਸਰਾ ਲੈ ਕੇ, ਗੁਰੂ ਦੇ ਬਚਨਾਂ ਦੇ ਨਾਲ ਜੁੜ ਕੇ ਡਟ ਕੇ ਕਹਿੰਦੇ ਖੜ ਜਾ, ਇਹਨਾਂ ਦੇ ਮੁਕਾਬਲੇ ਤੇ ਤੇਰਾ ਕੁਝ ਨਹੀਂ ਵਿਗਾੜ ਸਕਣਗੇ। ਇਹ ਜਿਹੜੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ, ਤੈਨੂੰ ਦੁਖੀ ਨਹੀਂ ਕਰ ਸਕਣਗੇ। ਫਿਰ ਕੀ ਹੋਵੇਗਾ? ਜੈ ਜੈਕਾਰ ਸਗਲ ਭੂ ਮੰਡਲ, ਮੁਖ ਉਜਲ ਦਰਬਾਰ। ਇੱਥੇ ਵੀ ਤੇਰੀ ਜੈ ਜੈਕਾਰ ਹੋਵੇਗੀ, ਤੈਨੂੰ ਤੇਰੇ ਕੋਈ ਨਹੀਂ ਆਖੇਗਾ। ਸਗਲ ਭੂ ਮੰਡਲ ਮੁਖ ਉਜਲ ਦਰਬਾਰ। ਤੇ ਜਦੋਂ ਤੂੰ ਪਰਲੋਕ ਦੇ ਵਿੱਚ ਜਾਵੇਂਗਾ, ਉੱਥੇ ਵੀ ਤੇਰਾ ਮੁਖ ਉਜਲਾ ਹੋ ਜਾਵੇਗਾ, ਉੱਥੇ ਵੀ ਤੇਰੇ ਤੇ ਮਾਲਕ ਬਖਸ਼ਿਸ਼ ਕਰ ਦੇਵੇਗਾ। ਤੇਰਾ ਲੋਕ ਵੀ ਸੁਖੀਆ ਹੋ ਜਾਵੇਗਾ ਤੇ ਤੇਰਾ ਪਰਲੋਕ ਵੀ ਸੁਖੀਆ ਹੋ ਜਾਵੇਗਾ। ਜਿਨ ਕੇ ਜੀ ਤਿਨੇ ਹੀ ਫੇਰੇ, ਆਪੇ ਪਿਆ ਸਹਾਈ। ਜਿਸ ਪਰਮੇਸ਼ਰ ਨੇ ਤੈਨੂੰ ਪੈਦਾ ਕੀਤਾ, ਉਸੇ ਨੇ ਆਪਣੇ ਵੱਲ ਕਰ ਲਿਆ ਪਿਆਰ। ਜਿਨ ਕੇ ਜੀ ਤਿਨੇ ਹੀ ਫੇਰੇ, ਉਹਨੇ ਤੈਨੂੰ ਆਪਣੇ ਵੱਲ ਘੁਮਾ ਲਿਆ। ਆਪੇ ਪਿਆ ਸਹਾਈ, ਆਪੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਜਿਹਨੇ ਪੈਦਾ ਕੀਤਾ ਉਹਨੇ ਪਿਆਰੇ ਵਾਹਿਗੁਰੂ ਨੇ ਪਹਿਲੀ ਤੇ ਇਹ ਗੱਲ ਕਰ ਦਿੱਤੀ ਕਿ ਜਿਹੜੇ ਵਿਸ਼ੇ ਵਿਕਾਰ ਸੀ ਉਹਨਾਂ ਤੋਂ ਦੂਰ ਕਰ ਦਿੱਤਾ ਤੇ ਆਪਣੇ ਵੱਲ ਘੁਮਾ ਲਿਆ। ਅਚਰਜ ਕੀਆ ਕਰਨੇ ਹਾਰੇ, ਨਾਨਕ ਸੱਚ ਵਡਿਆਈ। ਹੈਰਾਨ ਕਰਨ ਵਾਲੀਆਂ ਗੱਲਾਂ ਹਨ ਉਸ ਮਾਲਕ ਦੀਆਂ। ਅਚਰਜ ਤੋਂ ਭਾਵ ਹੁੰਦਾ ਹੈਰਾਨ। ਉਹ ਵਾਹਿਗੁਰੂ ਦੀਆਂ ਬਖਸ਼ਾਂ ਜਿਹੜੀਆਂ ਨੇ ਹੈਰਾਨ ਕਰਨ ਵਾਲੀਆਂ ਨੇ। ਨਾਨਕ ਸੱਚ ਵਡਿਆਈ, ਉਹਦੀ ਵਡਿਆਈਆਂ ਕਹੀਆਂ ਨਹੀਂ ਜਾ ਸਕਦੀਆਂ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀ, ਦੇ ਜੀਆਂ ਰਿਜਕ ਸਮਾਏ। ਸਾਈ ਕਾਰ ਕਮਾਵਣੀ, ਪਰ ਛੋਟੀ ਤਿੰਨੇ ਪਾਏ। ਨਾਨਕ ਏਕੀ ਬਾਹਰੀ, ਔਰ ਦੂਜੀ ਨਾਹੀ ਜਾਏ। ਸੋ ਕਰੇ ਜੇ ਤਿਸੇ ਰਜਾਈ। ਸਤਿਗੁਰਾਂ ਦੀ ਮੁਬਾਰਕ ਹੁਕਮਨਾਮੇ ਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਜੋ ਬਖਸ਼ਿਸ਼ ਆਪ ਜੀਆਂ ਨੇ ਸਾਰਿਆਂ ਨੇ ਜੁੜਨਾ ਕੀਤਾ। ਆਓ ਹੁਣ ਮੁਬਾਰਕ ਬਚਨ ਸਤਿਗੁਰਾਂ ਦੇ। ਅੱਜ ਨਵਾਂ ਸਾਲ ਆਰੰਭ ਹੋ ਰਿਹਾ ਸਤਿਗੁਰ ਦੇ ਚਰਨਾਂ ਦੇ ਨਾਲ। 12 ਮਾਹ ਦੀ ਵਿੱਚ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਬੜੀ ਪਿਆਰ ਸਦਕਾ ਜੁੜਨ ਦਾ ਯਤਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 12 ਮਾਹ ਮਾਝ ਮਹੱਲਾ ਪੰਜਵਾ, ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮੋ। ਚਾਰ ਕੁੰਟ ਦਦਿਸ ਪ੍ਰਮੇ, ਥਕ ਆਈ ਪ੍ਰਭ ਕੀ ਸ਼ਾਮ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ। ਚਾਰ ਕੁੰਟ ਦਦਿਸ ਪ੍ਰਮੇ, ਥਕ ਆਏ ਪ੍ਰਭ ਕੀ ਸ਼ਾਮ।
ਤੈਨ ਦੁਦੈ ਤੇ ਬਾਹਰੇ, ਕਿਤੇ ਨ ਆਵੈ ਕਾਮੋ। ਜਲ ਬਿਨ ਸਾਖ ਕੁਮਲਾਵਤੀ, ਉਪਜੇ ਨਾਹੀ ਦਾਮ। ਹਰਿ ਨਾਨਾ ਮਿਲਿਐ ਸਾਜਨੈ, ਕਤ ਪਾਈਐ ਬਿਸਰਾਮ। ਜਿਤ ਘਰ ਹਰਿ ਕਉ ਤਨਾ ਪ੍ਰਗਟੇ, ਪਾਠ ਨਗਰ ਸੇ ਗ੍ਰਾਮ। ਸਰਬ ਸਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੋਣੀਆ, ਮੀਤ ਸਜਣ ਸਭ ਜਾਮ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਹਰਿ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨੇਚਲ ਧਾਮ। ਚੇਤ ਗੋਬਿੰਦ ਆਰਾਧਿਐ, ਹੋਵੇ ਆਨੰਦ ਕਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੇ ਗਣਾ। ਇਕ ਕਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ। ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁਖ ਗਣਾ। ਜਿਨੀ ਰਾਗਿਆ ਸੋ ਪ੍ਰਭੂ, ਤਿਨਾ ਭਾਗ ਮਣਾ। ਹਰਿ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਜੋ ਕਿ ਨਵੇਂ ਸਾਲ ਦੀ ਆਮਦ ਹੋਈ ਹੈ, ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਈ। ਸਤਿਗੁਰੂ ਬਖਸ਼ੰਦ ਪਿਤਾ ਕਿਰਪਾ ਕਰੋ। 12 ਮਾਹਾਂ ਦੇ ਆਰੰਭ ਦੇ ਵਿੱਚ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ ਪਿਆਰੇ ਗੁਰਸਿੱਖਾਂ ਦੇ ਕਹਿਣ ਤੇ ਕਿ ਸਤਿਗੁਰੂ ਜੀ ਜੋ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਬਾਣੀ ਹੈ, ਉਹ ਬਹੁਤ ਔਖੀ ਹੈ, ਤੇ ਸਾਨੂੰ ਕੋਈ ਸੁਖੈਨ ਬਾਣੀ ਬਖਸ਼ਿਸ਼ ਕਰੋ, ਜਿਸ ਦੇ ਨਾਲ ਸਾਨੂੰ ਸਮਝ ਪੈ ਜਾਵੇ। ਤੇ ਮੇਰੇ ਸਤਿਗੁਰਾਂ ਨੇ ਤਰਸ ਕਰਕੇ ਸਾਡੇ ਕੀਤੀ ਪਿਆਰਿਓ ਸਧਾਰਨ ਜੀਵਾਂ ਦੀ, ਕਿਉਂਕਿ ਸਾਨੂੰ ਸਮਝ ਨਹੀਂ ਸੀ ਲੱਗਦਾ, ਸਾਡੇ ਤੇ ਇਹ ਤਰਸ ਕੀਤਾ, ਇਹ ਰਹਿਮਤ ਕੀਤੀ, ਇਹ ਸੁਖੈਨ ਬਾਣੀ ਮੇਰੇ ਸਤਿਗੁਰਾਂ ਨੇ ਉਚਾਰਨ ਕੀਤੀ, ਜਿਹਦੀ ਹਰ ਇੱਕ ਨੂੰ ਸਮਝ ਪੈ ਜਾਂਦੀ ਹੈ। 12 ਮਾਹ ਮਾਝ ਮਹੱਲਾ ਪੰਜਵਾ।